ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਰੂਪਾਲੀ ਹਾਈਫਾਈ ਐਗਜ਼ਾਮ ਸਟੱਡੀ ਤੇ ਤੁਹਾਡੇ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਅੱਜ ਦਾ ਸਾਡਾ ਟੌਪਿਕ ਹੈ ਜੀ ਪ੍ਰਸਤਾਵਨਾ। ਪੋਲਿਟੀ ਨਾਲ ਜੁੜਿਆ ਕੋਈ ਵੀ ਐਗਜ਼ਾਮ ਹੋਵੇ, ਪ੍ਰਸਤਾਵਨਾ ਨਾਲ ਰਿਲੇਟਡ ਕੁਐਸਚਨ ਤੁਹਾਨੂੰ ਉਸ ਐਗਜ਼ਾਮ 'ਚ ਜ਼ਰੂਰ ਦੇਖਣ ਨੂੰ ਮਿਲਣਗੇ। ਤੇ ਚਲੋ ਜੀ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਹੈ ਜੀ, ਭਾਰਤੀ ਸੰਵਿਧਾਨ ਦੇ ਕਿਸ ਭਾਗ ਨੂੰ ਉਸ ਦੀ ਆਤਮਾ ਕਿਹਾ ਜਾਂਦਾ ਹੈ? ਇਹ ਕੁਐਸਚਨ ਤੁਹਾਨੂੰ ਸਭ ਨੂੰ ਆਉਂਦਾ ਹੋਣਾ। ਇਸ ਦਾ ਆਨਸਰ ਹੈ ਆਪਸ਼ਨ ਏ ਪ੍ਰਸਤਾਵਨਾ। ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੀ ਆਤਮਾ ਵੀ ਕਿਹਾ ਜਾਂਦਾ ਹੈ। ਸੈਕਿੰਡ ਕੁਐਸਚਨ ਹੈ ਜੀ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਇਹਨਾਂ ਸ਼ਬਦਾਂ ਤੋਂ ਸ਼ੁਰੂ ਹੁੰਦੀ ਹੈ। ਤਾਂ ਇਹ ਸ਼ਬਦ ਨੇ ਅਸੀਂ ਭਾਰਤ ਦੇ ਲੋਕ, ਆਪਸ਼ਨ ਡੀ। ਥਰਡ ਕੁਐਸਚਨ ਹੈ ਜੀ, ਭਾਰਤ ਹੈ ਇੱਕ ਧਰਮ ਨਿਰਪੇਖ ਰਾਸ਼ਟਰ, ਹਿੰਦੂ ਮੁਸਲਿਮ ਰਾਸ਼ਟਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਹੈ ਇੱਕ ਧਰਮ ਨਿਰਪੇਖ ਰਾਸ਼ਟਰ, ਆਪਸ਼ਨ ਏ। ਫੋਰਥ ਕੁਐਸਚਨ ਹੈ, ਧਰਮ ਨਿਰਪੇਖਤਾ ਦਾ ਅਰਥ ਹੈ ਰਾਜ ਸਰਕਾਰ ਸਾਰੇ ਧਰਮਾਂ ਦੇ ਖਿਲਾਫ ਹੈ, ਰਾਜ ਸਰਕਾਰ ਇੱਕ ਧਰਮ ਨੂੰ ਸਵੀਕਾਰ ਕਰਦੀ ਹੈ, ਰਾਜ ਸਰਕਾਰ ਕਿਸੇ ਧਰਮ ਨੂੰ ਸਵੀਕਾਰ ਨਹੀਂ ਕਰਦੀ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਸੀ, ਰਾਜ ਸਰਕਾਰ ਕਿਸੇ ਧਰਮ ਨੂੰ ਸਵੀਕਾਰ ਨਹੀਂ ਕਰਦੀ। ਇੱਥੇ ਰਾਜ ਸ਼ਬਦ ਤੋਂ ਭਾਵ ਲਿਆ ਜਾਂਦਾ ਹੈ ਰਾਸ਼ਟਰ ਜਾਂ ਦੇਸ਼ ਤੋਂ। ਇਸ ਲਈ ਧਰਮ ਨਿਰਪੇਖਤਾ ਦਾ ਅਰਥ ਹੈ ਕਿ ਰਾਜ ਸਰਕਾਰ ਕਿਸੇ ਧਰਮ ਨੂੰ ਸਵੀਕਾਰ ਨਹੀਂ ਕਰਦੀ ਜਾਂ ਰਾਜ ਸਰਕਾਰ ਦਾ ਆਪਣਾ ਕੋਈ ਧਰਮ ਨਹੀਂ ਹੈ। ਫਿਫਥ ਕੁਐਸਚਨ ਹੈ, ਭਾਰਤ ਨੂੰ ਗਣਤੰਤਰ ਕਿਉਂ ਕਿਹਾ ਜਾਂਦਾ ਹੈ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਡੀ। ਇੱਥੇ ਰਾਜ ਦਾ ਪ੍ਰਮੁੱਖ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ। ਰਾਜ ਦੇ ਪ੍ਰਮੁੱਖ ਤੋਂ ਭਾਵ ਹੈ ਰਾਸ਼ਟਰਪਤੀ। ਰਾਸ਼ਟਰਪਤੀ ਦਾ ਚੁਣਾਵ ਨਿਸ਼ਚਿਤ ਸਮੇਂ ਲਈ ਹੁੰਦਾ ਹੈ ਅਤੇ ਲੋਕਾਂ ਦੁਆਰਾ ਹੁੰਦਾ ਹੈ, ਭਾਵੇਂ ਅਪਰਤੱਖ ਤੌਰ 'ਤੇ ਹੁੰਦਾ ਹੈ ਪਰ ਹੁੰਦਾ ਲੋਕਾਂ ਦੁਆਰਾ ਹੈ। ਸਿਕਸਥ ਕੁਐਸਚਨ ਹੈ, ਗਣਤੰਤਰ ਹੁੰਦਾ ਹੈ ਇੱਕ ਲੋਕਤੰਤਰੀ ਰਾਜ, ਰਾਸ਼ਟਰਪਤੀ ਪ੍ਰਣਾਲੀ ਵਾਲਾ ਰਾਜ, ਸੰਸਦੀ ਪ੍ਰਣਾਲੀ ਵਾਲਾ ਰਾਜ ਜਾਂ ਉਹ ਰਾਜ ਜਿਸ ਦਾ ਪ੍ਰਧਾਨ ਖਾਨਦਾਨੀ ਤੌਰ 'ਤੇ ਨਾ ਹੋਵੇ। ਤਾਂ ਇਸ ਦਾ ਆਨਸਰ ਹੈ ਆਪਸ਼ਨ ਡੀ, ਉਹ ਰਾਜ ਜਿਸ ਦਾ ਪ੍ਰਧਾਨ ਖਾਨਦਾਨੀ ਤੌਰ 'ਤੇ ਨਾ ਹੋਵੇ, ਇੱਕ ਹੀ ਪਰਿਵਾਰ ਤੋਂ ਕੋਈ ਸੀਰੀਜ਼ ਨਾ ਚੱਲਦੀ ਆ ਰਹੀ ਹੋਵੇ। ਭਾਰਤ ਰਾਜ ਦਾ ਪ੍ਰਧਾਨ ਜਾਂ ਰਾਸ਼ਟਰਪਤੀ ਅਪਰਤੱਖ ਤੌਰ 'ਤੇ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ। ਸੈਵਨਥ ਕੁਐਸਚਨ ਹੈ, 42ਵੇਂ ਸੰਸ਼ੋਧਨ ਰਾਹੀਂ ਸੰਵਿਧਾਨ ਵਿੱਚ ਕਿਹੜੇ ਦੋ ਸ਼ਬਦ ਜੋੜੇ ਗਏ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਸੀ, ਸਮਾਜਵਾਦੀ ਅਤੇ ਧਰਮ ਨਿਰਪੇਖ। 42ਵੇਂ ਸੰਸ਼ੋਧਨ ਰਾਹੀਂ ਸੰਵਿਧਾਨ ਵਿੱਚ ਸਮਾਜਵਾਦੀ ਅਤੇ ਧਰਮ ਨਿਰਪੇਖ ਸ਼ਬਦ ਜੋੜੇ ਗਏ। 8th ਕੁਐਸਚਨ ਹੈ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਕਿਸ ਰੂਪ ਵਿੱਚ ਘੋਸ਼ਿਤ ਕੀਤਾ ਗਿਆ ਹੈ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਸੀ, ਇੱਕ ਪ੍ਰਭੁਤਵ ਸੰਪੰਨ ਸਮਾਜਵਾਦੀ ਧਰਮ ਨਿਰਪੇਖ ਅਤੇ ਪ੍ਰਜਾਤਾਂਤਰਿਕ ਗਣਰਾਜ, ਜਾਂ ਇਸ ਨੂੰ ਲੋਕਤਾਂਤਰਿਕ ਗਣਰਾਜ ਵੀ ਕਹਿ ਦਿੰਦੇ ਹੈ, ਅਤੇ ਇਹੀ ਇਸ ਦਾ ਸਹੀ ਕ੍ਰਮ ਵੀ ਹੈ। 9th ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਸ਼ਬਦ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਹੀਂ ਹੈ? ਸਮਾਜਵਾਦੀ, ਪੰਥ ਨਿਰਪੇਖ, ਪ੍ਰਭੁਤਵ ਸੰਪੰਨ ਜਾਂ ਲੋਕ ਕਲਿਆਣ। ਤਾਂ ਆਪਣਾ ਆਨਸਰ ਹੈ ਜੀ ਆਪਸ਼ਨ ਡੀ, ਲੋਕ ਕਲਿਆਣ। ਬਾਕੀ ਤਿੰਨੇ ਸ਼ਬਦ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਿਲ ਹੈ, ਜਿਹੜਾ ਨਹੀਂ ਹੈ ਉਹ ਹੈ ਲੋਕ ਕਲਿਆਣ। 10th ਕੁਐਸਚਨ ਹੈ, ਕਲਿਆਣਕਾਰੀ ਰਾਜ ਦਾ ਉਦੇਸ਼ ਹੈ ਜ਼ਿਆਦਾਤਰ ਸੰਖਿਆ ਦਾ ਵੱਧ ਕਲਿਆਣ ਸੁਨਿਸ਼ਚਿਤ ਕਰਨਾ, ਕਮਜ਼ੋਰ ਵਰਗਾਂ ਦੇ ਕਲਿਆਣ ਦਾ ਪ੍ਰਬੰਧ ਕਰਨਾ, ਸਾਰੇ ਨਾਗਰਿਕਾਂ ਨੂੰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨਾ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਬੀ, ਕਮਜ਼ੋਰ ਵਰਗਾਂ ਦੇ ਕਲਿਆਣ ਦਾ ਪ੍ਰਬੰਧ ਕਰਨਾ। ਇੱਕ ਕਲਿਆਣਕਾਰੀ ਰਾਜ ਉਹੀ ਹੁੰਦਾ ਹੈ ਜਿਹੜਾ ਕਮਜ਼ੋਰ ਵਰਗਾਂ ਦੇ ਕਲਿਆਣ ਦਾ ਪ੍ਰਬੰਧ ਕਰੇ। 11th ਕੁਐਸਚਨ ਹੈ, ਭਾਰਤ ਨੂੰ ਮੁੱਖ ਰੂਪ ਤੋਂ ਇੱਕ ਗਣਰਾਜ ਮੰਨਿਆ ਜਾਂਦਾ ਹੈ ਕਿਉਂਕਿ ਰਾਜ ਦੇ ਪ੍ਰਧਾਨ ਲਈ ਚੋਣ ਹੁੰਦੀ ਹੈ। ਰਾਜ ਨੂੰ 15 ਅਗਸਤ 1947 ਨੂੰ ਸੁਤੰਤਰਤਾ ਮਿਲੀ ਸੀ। ਉਸ ਦਾ ਆਪਣਾ ਲਿਖਤ ਸੰਵਿਧਾਨ ਹੈ ਜਾਂ ਸਰਕਾਰ ਸੰਸਦੀ ਪ੍ਰਣਾਲੀ ਦੇ ਅਨੁਸਾਰ ਹੈ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਏ, ਰਾਜ ਦੇ ਪ੍ਰਧਾਨ ਲਈ ਚੋਣ ਹੁੰਦੀ ਹੈ ਅਤੇ ਰਾਜ ਦਾ ਪ੍ਰਧਾਨ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ। 12th ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਆਜ਼ਾਦੀ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਨਹੀਂ ਹੈ? ਵਿਚਾਰ ਦੀ ਸੁਤੰਤਰਤਾ, ਪ੍ਰਗਟਾਵੇ ਦੀ ਸੁਤੰਤਰਤਾ, ਵਿਸ਼ਵਾਸ ਦੀ ਸੁਤੰਤਰਤਾ ਜਾਂ ਆਰਥਿਕ ਸੁਤੰਤਰਤਾ। ਤਾਂ ਆਪਣਾ ਆਨਸਰ ਹੈ ਜੀ ਆਪਸ਼ਨ ਡੀ, ਆਰਥਿਕ ਸੁਤੰਤਰਤਾ। ਆਰਥਿਕ ਸੁਤੰਤਰਤਾ ਦੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕੋਈ ਗੱਲ ਨਹੀਂ ਕੀਤੀ ਗਈ, ਆਰਥਿਕ ਨਿਆਂ ਦੀ ਗੱਲ ਕੀਤੀ ਗਈ ਹੈ। ਵਿਚਾਰ ਦੀ ਸੁਤੰਤਰਤਾ, ਪ੍ਰਗਟਾਵੇ ਦੀ ਸੁਤੰਤਰਤਾ ਅਤੇ ਵਿਸ਼ਵਾਸ ਦੀ ਸੁਤੰਤਰਤਾ, ਇਹ ਤਿੰਨੋਂ ਵੀ ਮੈਂਸ਼ਨ ਕੀਤੇ ਗਏ ਨੇ। 13 ਕੁਐਸਚਨ ਹੈ ਜੀ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਅਨੁਸਾਰ ਭਾਰਤ ਦੇ ਸ਼ਾਸਨ ਦੀ ਸਰਵੋੱਚ ਸੱਤਾ
किस विच निहित है? तो ये निहित है जी जनता विच, ऑप्शन ए। भारतीय संविधान की प्रस्तावना के अनुसार भारत के शासन की सर्वोच्च सत्ता जनता विच निहित है। 14th क्वेश्चन है, भारतीय संविधान की प्रस्तावना तो की स्पष्ट नहीं हुंदा? संविधान के स्रोत, शासन के उद्देशों का वेरवा, संविधान को लागू करने की मिति या संविधान को अपनाउण, लागू करन ते समर्पित करने की मिति? तो इसका आंसर है जी ऑप्शन सी, संविधान को लागू करने की मिति। संविधान को लागू करने की मिति का प्रस्तावना विच कोई भी जिक्र नहीं किया गया। 15th क्वेश्चन है, इन्हां विचों किहड़े टीचिਆਂ ਨੂੰ भारतीय संविधान घोषित नहीं करता? समाजिक, आर्थिक ते राजनीतिक न्याय, विचार प्रगटावा, विश्वास, धर्म ते भगती की सुतंत्रता, प्रतिष्ठा ते अवसर की समानता ਜਾਂ अंतरराष्ट्रीय शांति ਅਤੇ सुरक्षा विच वाधा? तो अपना आंसर है जी ऑप्शन डी, अंतरराष्ट्रीय शांति ਅਤੇ सुरक्षा विच वाधे की भारतीय संविधान ਜਾਂ संविधान की प्रस्तावना विच कोई भी घोषणा नहीं की गई। 16th क्वेश्चन है, भारतीय संविधान की प्रस्तावना विच देश का किहड़ा नाम दर्ज है? भारत ਅਤੇ भारतवर्ष, भारत ਅਤੇ हिंदुस्तान, भारत ਅਤੇ इंडिया ਜਾਂ हिंदुस्तान ਅਤੇ भारतवर्ष? तो अपना आंसर है जी ऑप्शन सी, भारत ਅਤੇ इंडिया। 17th क्वेश्चन है, भारतीय संविधान को किस दे द्वारा मंजूरी दी गई? संविधान सभा द्वारा, भारत की संसद द्वारा, पहला चुनी गई सरकार द्वारा या भारत की जनता द्वारा? तो इसका आंसर है जी ऑप्शन डी, भारत की जनता द्वारा। भारतीय संविधान को मंजूरी दी गई भारत की जनता द्वारा। 18th क्वेश्चन है जी, भारत की प्रभु सत्ता किस विच शामिल है? भारत की संसद विच, राष्ट्रपति विच, प्रधानमंत्री विच या भारत की जनता विच? ऑप्शन डी, भारत की जनता विच, क्योंकि भारत एक आज़ाद देश है। भारत की जनता ते किसी तरह का कोई भी बाहरी या अंदरूनी दबाव नहीं है। 19th क्वेश्चन है जी, भारत किस साल प्रभुत्व संपन्न प्रजातांत्रिक गणराज बना? 1947 विच, 1951 विच, 1935 विच या 1950 विच? तो इसका आंसर है जी ऑप्शन डी, 1950। भारत 1950 विच प्रभुत्व संपन्न प्रजातांत्रिक गणराज बनया। 20th क्वेश्चन है, संविधान की प्रस्तावना विच कितनी बार संशोधन किया गया? तो इसका आंसर है जी ऑप्शन सी, एक बार। हुण तक संविधान की प्रस्तावना विच एक बार ही संशोधन होया। 21वां क्वेश्चन है जी, भारतीय संविधान की प्रस्तावना विच पहली बार संशोधन कदों होया? तो यह होया सी ऑप्शन सी, 1976 विच। भारतीय संविधान की प्रस्तावना विच पहली बार 1976 विच संशोधन होया सी। 22nd क्वेश्चन है, भारतीय संविधान की प्रस्तावना विच बदलाव किहड़े संशोधन तहत किए गए? तो ये किए गए सी जी 42वें संशोधन तहत, ऑप्शन सी। भारतीय संविधान की प्रस्तावना विच एक संशोधन होया, वो सी 42वां संशोधन, तो यह होया सी 1976 विच। 23rd क्वेश्चन है, संविधान की प्रस्तावना में शामिल शब्द सैकुलर का अर्थ है? तो इसका अर्थ है जी सारे नागरिकों को धर्म और भगती या उपासना की सुतंत्रता, ऑप्शन ए। 24th क्वेश्चन है, 42वें संविधान संशोधन अधिनियम 1976 राही प्रस्तावना विच किहड़े शब्दों को जोड़िया गया? धर्मनिरपेख, समाजवादी, एकता और अखंडता या उपरोक्त सारे? तो इसका आंसर है जी ऑप्शन डी, उपरोक्त सारे। 25th क्वेश्चन है, संविधान की प्रस्तावना सारे भारतीय नागरिकों को इन्हां विचों किहड़ा एक उपलब्ध कराउण दा वादा नहीं करती? समाजिक न्याय, राजनीतिक न्याय, विचार की सुतंत्रता या पूजा की समानता? तो इसका आंसर है जी ऑप्शन डी, पूजा की समानता। समाजिक न्याय, राजनीतिक न्याय ते विचार की सुतंत्रता, ये तिने भारतीय संविधान की प्रस्तावना विच मैंशन किए गए हैं। जिहड़ा नहीं है वह है पूजा की समानता। 26th क्वेश्चन है, प्रस्तावना का वह प्रावधान जो सारे बालग नागरिकों को मतदान का अधिकार प्रदान करता है कहाउंदा है? तो वह कहाउंदा है जी प्रजातंत्र, ऑप्शन बी, प्रजातंत्र या लोकतंत्र। प्रस्तावना का वह प्रावधान जो सारे बालक नागरिकों को मतदान का अधिकार प्रदान करता है कहाउंदा है प्रजातंत्र। 27th क्वेश्चन है, भारतीय संविधान की प्रस्तावना विच दर्ज असी भारत के लोग तो की अर्थ निकलता है?
ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਬੀ, ਸੰਵਿਧਾਨ ਦਾ ਨਿਰਮਾਣ ਭਾਰਤ ਦੀ ਜਨਤਾ ਦੁਆਰਾ ਹੋਇਆ ਹੈ। ਅਸੀਂ ਭਾਰਤ ਦੇ ਲੋਕ ਤੋਂ ਭਾਵ ਹੈ ਕਿ ਸੰਵਿਧਾਨ ਦਾ ਨਿਰਮਾਣ ਭਾਰਤ ਦੀ ਜਨਤਾ ਦੁਆਰਾ ਹੋਇਆ ਹੈ। 28th ਕੁਐਸਚਨ ਹੈ, ਸਮਾਜਵਾਦ ਦਾ ਅਰਥ ਹੈ ਸਮਾਜਿਕ ਨਿਯੰਤਰਣ, ਰਾਸ਼ਟਰੀਕਰਨ, ਸਮਾਜਿਕ ਨਿਆਂ ਜਾਂ ਸਮਾਜਿਕ ਮੁਕਾਬਲਾ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਸੀ, ਸਮਾਜਿਕ ਨਿਆਂ। ਸਮਾਜਵਾਦ ਦਾ ਅਰਥ ਹੈ ਸਮਾਜਿਕ ਨਿਆਂ। 29th ਕੁਐਸਚਨ ਹੈ, ਸੰਵਿਧਾਨ ਦੀ ਪ੍ਰਸਤਾਵਨਾ ਸ਼ੁਰੂ ਹੁੰਦੀ ਹੈ। ਤਾਂ ਸੰਵਿਧਾਨ ਦੀ ਪ੍ਰਸਤਾਵਨਾ ਸ਼ੁਰੂ ਹੁੰਦੀ ਹੈ ਅਸੀਂ ਭਾਰਤ ਦੇ ਲੋਕ ਸ਼ਬਦਾਂ ਤੋਂ। ਆਪਸ਼ਨ ਏ, ਅਸੀਂ ਭਾਰਤ ਦੇ ਲੋਕ। 30th ਕੁਐਸਚਨ ਹੈ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ ਕਿਸ ਮਿਤੀ ਰਾਹੀਂ ਭਾਰਤੀ ਸੰਵਿਧਾਨ ਨੂੰ ਅਪਣਾਇਆ ਅਤੇ ਸਮਰਪਿਤ ਕੀਤਾ ਗਿਆ। ਤਾਂ ਇਹ ਮਿਤੀ ਹੈ ਜੀ 26 ਨਵੰਬਰ 1949। ਆਪਸ਼ਨ ਬੀ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ ਮਿਤੀ 26 ਨਵੰਬਰ 1949 ਰਾਹੀਂ ਭਾਰਤੀ ਸੰਵਿਧਾਨ ਨੂੰ ਅਪਣਾਇਆ ਅਤੇ ਸਮਰਪਿਤ ਕੀਤਾ ਗਿਆ। ਤਾਂ ਇਹ ਸੀ ਜੀ ਪ੍ਰੈਂਬਲ ਨਾਲ ਰਿਲੇਟਡ ਟੌਪ 30 MCQs। ਆਸ਼ਾ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਅਤੇ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਵੀ ਰਹੂਗੀ। ਫਿਰ ਮਿਲਾਂਗੇ ਅਗਲਾ ਟੌਪਿਕ ਲੈ ਕੇ।